अम्हें दृष्टि शुभ करੈ, अम्हें दृष्टि शुभ करੈ, हरै अग पाप सकल मल, काम क्रोध अर लोभ मोह, वस करੈ सभै बल। सदा सुख मन वसै, दुख संसार खोवै, गुर नव निध दरियाओ, जन्म हम कालक धोवै। सुकहो टल गुर सेवियै, अहनस सहज सुपाए, दर्शन परसै गुरु के, जन्म मरण दुख जाए। दर्शन परसै गुरु के, जन्म मरण दुख जाए। वाहिगुरु। होरियों गंग वहाइयै, दुनियाई आखै के क्यों। नानक ईश्वर जगन्नाथ, उच हदी वैण विर क्यों। ये अमृतमय बचन रामकली की वार राय बलवंड तथा सत्तै डूम आखी उस वार दे विचों हन। ये चौथी पौड़ी है। पहलियां तीन पौड़ियां जो हन वो भाई बलवंड जी दियां सन। ये चौथी पौड़ी भाई सत्ता जी दी है, जिस दे विच भाई सत्ता जी गुरु नानक साहब जी की उस्तत कर रहे हैं, गुरु अंगद देव जी की उस्तत कर रहे हैं। सानू वो इतिहास दस रहे हैं कि किस तरह गुरु नानक देव जी ने गुरु अंगद देव जी नूं गुरगद्दी बख्शी। वो इन्हां पौड़ियां दे विच इतिहास है। आओ इन्हां दी विचार करिए। होरियों गंग वहाई है, दुनियाई आखै के क्यों। दुनिया दे लोग आख रहे हैं कि गुरु नानक देव जी ने की कीता। दुनियाई आखै के क्यों। ये गुरु नानक देव जी ने इहो जिहा की कीता कि होर पासियों ही गंग वहा दित्ती है। होरियों गंग वहाई है कि होर पासियों ही गंग वहा दित्ती है, गंगा वहा दित्ती है। क्यों होरियों पासों किया? क्योंकि गुर चेले रह रास की, नानक सलामत थीवंदा कि गुरु ने चेले नूं नमस्कार कर दित्ती। ये संसार दे विच इहो जिहा वापरिया ही नहीं सी।
ਕਿ ਕੋਈ ਗੁਰੂ ਵੀ ਆਪਣੇ ਚੇਲੇ ਨੂੰ ਨਮਸਕਾਰ ਕਰਦਾ ਹੈ। ਇਹ ਜੋ ਸਤਿਗੁਰੂ ਜੀ ਨੇ ਕੀਤਾ, ਇਸ ਨੂੰ ਹੀ ਭਾਈ ਸੱਤਾ ਜੀ ਕਹਿੰਦੇ ਹਨ, ਹੋਰਿਓ ਗੰਗ ਵਹਾਈ ਐ, ਦੁਨਿਆਈ ਆਖੈ ਕਿ ਕਿਉਣ। ਕਿ ਦੁਨੀਆ ਆਖਦੀ ਹੈ ਕਿ ਗੁਰੂ ਸਾਹਿਬ ਨੇ ਕੀ ਕੀਤਾ, ਕਿ ਹੋਰ ਪਾਸਿਓਂ ਹੀ ਗੰਗ ਵਹਾ ਦਿੱਤੀ ਹੈ, ਕਿ ਆਪਣੇ ਚੇਲੇ ਨੂੰ ਹੀ ਨਮਸਕਾਰ ਕਰ ਦਿੱਤਾ ਹੈ, ਆਪਣੇ ਚੇਲੇ ਨੂੰ ਨਮਸਕਾਰ ਕਰਕੇ ਗੁਰਗੱਦੀ ਬਖਸ਼ ਦਿੱਤੀ ਹੈ। ਨਾਨਕ ਈਸ਼ਰ ਜਗਨਨਾਥ, ਨਾਨਕ ਈਸ਼ਰ ਜਗਨਨਾਥ, ਉਚ ਹਾਦੀ ਵੈਣ ਵਿਰ ਕਿਉਂ। ਕਿ ਗੁਰੂ ਨਾਨਕ ਦੇਵ ਜੀ ਨੇ ਈਸ਼ਰ, ਜੋ ਈਸ਼ਰ ਰੂਪ ਹਨ, ਜੋ ਜਗਨਨਾਥ ਰੂਪ ਹਨ, ਉਹਨਾਂ ਨੇ ਉੱਚ ਹੱਦੀ, ਉੱਚੀ ਹੱਦ ਵਾਲੇ ਵੈਣ ਬਚਨ ਵਿਰ ਕਿਉਂ। ਉੱਚੀ ਹੱਦ ਵਾਲੇ ਵੈਣ ਬਚਨ ਵਿਰ ਕਿਉਂ। ਉੱਚੀ ਹੱਦ ਵਾਲੇ ਕਿਹੜੇ ਵੈਣ ਬੋਲੇ, ਕਿਹੜੇ ਬਚਨ ਬੋਲੇ, ਕਿ ਗੁਰੂ ਅੰਗਦ ਦੇਵ ਜੀ ਨੂੰ, ਭਾਈ ਲਹਿਣਾ ਜੀ ਨੂੰ ਆਪਣਾ ਸਰੀਰ ਦਾ ਰੂਪ ਬਣਾ ਕੇ, ਅੰਗ ਤੋਂ ਪੈਦਾ ਹੋਏ, ਕਿਉਂਕਿ ਉਹਨਾਂ ਦਾ ਨਾਮ ਭਾਈ ਲਹਿਣਾ ਜੀ, ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਗੁਰੂ ਅੰਗਦ ਰੂਪ ਦੇ ਦਿੱਤਾ, ਕਿ ਮੇਰੇ ਅੰਗ ਤੋਂ ਪੈਦਾ ਹੋਏ ਹਨ, ਮੇਰੀ ਆਤਮਾ ਤੋਂ ਪੈਦਾ ਹੋਏ ਹਨ। ਇਹ ਉੱਚ ਦਾ ਵੈਣ, ਕਿ ਲਹਿਣੇ ਧਰਿਓਣ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵੰਦਾ। ਕਿ ਲਹਿਣੇ ਦੇ ਉੱਤੇ, ਸਿਰ ਦੇ ਉੱਤੇ ਗੁਰਿਆਈ ਦਾ ਛੱਤਰ ਚਲਾ ਦਿੱਤਾ। ਇਹ ਉੱਚ ਹੱਦੀ ਵੈਣ ਉਹਨਾਂ ਸਤਿਗੁਰੂ ਜੀ ਨੇ ਬੋਲੇ, ਕਿ ਮੇਰੇ ਤੋਂ ਬਾਅਦ ਗੁਰਗੱਦੀ ਤੇ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹੋਣਗੇ। ਮਧਾਣਾ ਪਰਬਤ ਕਰ, ਨੇਤਰ ਬਾਸਕ, ਸ਼ਬਦ ਰਿੜਕਿਉਣ। ਜਿਸ ਤਰ੍ਹਾਂ ਕਿ ਹਿੰਦੂ ਮਤ ਦੇ ਵਿੱਚ ਇੱਕ ਇਤਿਹਾਸਕ ਕਹਾਣੀ ਹੈ ਕਿ ਉਹਨਾਂ ਨੇ ਸਮੁੰਦਰ ਨੂੰ ਰਿੜਕਿਆ ਅਤੇ ਉਸ ਤੋਂ ਵਿੱਚ 14 ਰਤਨ ਨਿਕਲੇ। 14 ਰਤਨਾਂ ਦੇ ਵਿੱਚ ਅੰਮ੍ਰਿਤ, ਪਾਰਜਾਤ ਬ੍ਰਿਛ, ਕਾਮਧੇਨ ਗਊ, ਲక్ష్ਮੀ, ਇਸ ਤਰ੍ਹਾਂ ਦੇ 14 ਰਤਨ ਨਿਕਲੇ। ਪਰ ਸਮੁੰਦਰ ਨੂੰ ਰਿੜਕਿਆ ਕਿਸ ਤਰ੍ਹਾਂ ਉਹਨਾਂ ਨੇ? ਮਾਧਾਣਾ ਪਰਬਤ ਕਰ, ਨੇਤਰ ਬਾਸਕ। ਮਧਾਣਾ ਕਾਹਦਾ ਬਣਾਇਆ? ਮਧਰਾਂਚਲ ਪਰਬਤ ਦਾ ਮਧਾਣਾ ਬਣਾ ਕੇ ਫਿਰ ਨੇਤਰਾ ਕਾਹਦਾ ਬਣਾਇਆ? ਨੇਤਰਾ ਰੱਸੀ ਜਿਹਦੇ ਨਾਲ ਕਿ ਰਿੜਕਿਆ ਜਾਂਦਾ ਹੈ, ਉਹ ਬਾਸਕ ਸ਼ੇਸ਼ਨਾਗ ਦਾ ਨੇਤਰਾ ਬਣਾਇਆ, ਰੱਸੀ ਬਣਾਈ ਸ਼ੇਸ਼ਨਾਗ ਦੀ। ਇਹ ਉਹਨਾਂ ਦਾ ਮਿਥਿਹਾਸ ਹਿੰਦੂ ਮਤ ਦਾ। ਉਸ ਮਿਥਿਹਾਸ ਨੂੰ ਲੈ ਕੇ ਭਾਈ ਸੱਤਾ ਜੀ ਸਾਨੂੰ ਦਰਸਾ ਰਹੇ ਹਨ ਕਿ ਮਧਾਣਾ ਪਰਬਤ ਕਰ, ਨੇਤਰ ਬਾਸਕ। ਨੇਤਰ, ਨੇਤਰਾ ਰੱਸੀ ਜਿਹਦੇ ਨਾਲ ਕਿ ਰਿੜਕਿਆ ਜਾਂਦਾ ਹੈ। ਬਾਸਕ ਸ਼ੇਸ਼ਨਾਗ, ਸੱਪਾਂ ਦਾ ਰਾਜਾ। ਕਿ ਮਧਾਣਾ ਪਰਬਤ ਨੂੰ ਮਧਾਣਾ ਬਣਾਇਆ ਅਤੇ ਸ਼ੇਸ਼ਨਾਗ ਨੂੰ ਨੇਤਰਾ ਬਣਾ ਕੇ ਉਹਨਾਂ ਨੇ ਸਮੁੰਦਰ ਨੂੰ ਰਿੜਕਿਆ ਅਤੇ ਉਸ ਵਿੱਚੋਂ 14 ਰਤਨ ਨਿਕਲੇ। ਪਰ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ? ਮਧਾਣਾ ਪਰਬਤ ਕਰ, ਨੇਤਰ ਬਾਸਕ, ਸ਼ਬਦ ਰਿੜਕਿਉਣ। ਉਹਨਾਂ ਨੇ ਮਧਾਣਾ ਪਰਬਤ ਦੀ ਜਗ੍ਹਾ ਤੇ ਉੱਚੀ ਸੁਰਤ ਦਾ ਮਧਾਣਾ ਬਣਾਇਆ। ਆਪਣੀ ਸੁਰਤ ਨੂੰ ਉੱਚਾ ਕਰਨਾ, ਇਹ ਮਧਾਣਾ ਬਣਾਇਆ ਅਤੇ ਆਪਣੇ ਮਨ ਦਾ ਨੇਤਰਾ ਬਣਾਇਆ। ਆਪਣੇ ਮਨ ਨੂੰ ਬਸ ਵਿੱਚ ਕਰਕੇ, ਮਨ ਜੋ ਸਪ ਰੂਪ ਮਨ ਹੈ, ਇਸ ਨੂੰ ਬਸ ਕਰਕੇ
ਉਸ ਦਾ ਨੇਤਰਾ ਬਣਾਇਆ, ਅਰਥਾਤ ਆਪਣੇ ਮਨ ਨੂੰ ਵਸ ਕਰ ਲਿਆ। ਸ਼ਬਦ ਰਿੜਕੇ ਆਉਣ, ਸ਼ਬਦ ਕਿਉਂਕਿ ਦੱਦੇ ਦੇ ਵਿੱਚ ਸਿਹਾਰੀ ਹੈ, ਸ਼ਬਦ ਦੇ ਵਿੱਚ ਮਧਾਣਾ ਪਾ ਕੇ ਸ਼ਬਦ ਨੂੰ ਰੇੜਕਾ ਲਾਇਆ। ਸ਼ਬਦ ਰਿੜਕੇ ਆਉਣ, ਸ਼ਬਦ ਦਾ ਕੀ ਰਿੜਕਣਾ ਕਿ ਸ਼ਬਦ ਦੀ ਵਿਚਾਰ ਕਰਨੀ, ਸ਼ਬਦ ਦੇ ਰਾਹੀਂ ਉਸ ਵਾਹਿਗੁਰੂ ਦੀ ਉਸਤਤ ਗਾਣੀ, ਸ਼ਬਦ ਦੇ ਰਾਹੀਂ ਸਿਮਰਨ ਕਰਨਾ। ਇਸ ਤਰ੍ਹਾਂ ਰਿੜਕਿਆ, ਉੱਚੀ ਸੁਰਤ ਕਰਕੇ ਆਪਣੇ ਮਨ ਰੂਪੀ ਸੱਪ ਨੂੰ ਨੇਤਰਾ ਬਣਾ ਕੇ ਸ਼ਬਦ ਦੇ ਵਿੱਚ ਰੇੜਕਾ ਪਾਇਆ। ਸ਼ਬਦ ਦੇ ਰਾਹੀਂ 14 ਰਤਨ ਨਿਕਾਲਿਆਣ, ਕਰ ਆਵਾ ਗੌਣ ਚਿਲਕੇ ਆਉਣ। ਅਤੇ ਸ਼ਬਦ ਨੂੰ ਰਿੜਕ ਕੇ 14 ਰਤਨ, ਕਿਹੜੇ ਰਤਨ? ਉਹਨਾਂ ਨੇ ਰਤਨ ਤਾਂ ਇਹ ਕੱਢੇ ਸਨ ਕਿ ਲక్ష్ਮੀ ਸੀ, ਪਾਰਜਾਤ ਬ੍ਰਿਕਸ਼ ਸੀ, ਕਾਮਧੇਨ ਗਊ ਸੀ, ਅੰਮ੍ਰਿਤ ਸੀ, ਬਿਖ ਸੀ, ਚੰਦਰਮਾ ਸੀ। ਇਸ ਤਰ੍ਹਾਂ ਦੇ 14 ਰਤਨ। ਪਰ ਸਤਿਗੁਰੂ ਜੀ ਨੇ ਸ਼ਬਦ ਨੂੰ ਰਿੜਕ ਕੇ ਸ਼ਬਦ ਦੀ ਵਿਚਾਰ ਕਰਕੇ ਕਿਹੜੇ ਰਤਨ ਕੱਢੇ? 14 ਰਤਨ ਨਿਕਾਲੀਆਂ। ਉਹ ਰੱਬੀ ਦੈਵੀ ਗੁਣ ਦੇ 14 ਰਤਨ ਕੱਢੇ ਸ਼ਬਦ ਦੀ ਵਿਚਾਰ ਕਰਕੇ, ਸ਼ਬਦ ਦੇ ਰਾਹੀਂ ਉਸ ਵਾਹਿਗੁਰੂ ਦੇ ਨਾਲ ਜੁੜ ਕੇ। ਕਿਉਂਕਿ ਗੁਰੂ ਦਰਬਾਰ ਦੇ ਵਿੱਚ ਸ਼ਬਦ ਦੇ ਰਾਹੀਂ ਹੀ ਨਾਮ ਜਪਿਆ ਜਾਂਦਾ ਸੀ, ਕਿ ਲੰਗਰ ਵੀ ਸ਼ਬਦ ਦਾ ਹੀ ਵਰਤਦਾ ਸੀਗਾ। ਲੰਗਰ ਚੱਲੈ ਗੁਰ ਸ਼ਬਦ, ਹਰ ਤੋਟ ਨਾ ਆਵੀ ਖੱਟੀ ਹੈ। ਗੁਰੂ ਦਰਬਾਰ ਦੇ ਵਿੱਚ ਗੁਰੂ ਦੇ ਸ਼ਬਦ ਦੇ ਰਾਹੀਂ ਨਾਮ ਦਾ ਲੰਗਰ ਚੱਲਦਾ ਸੀ। ਹਰ ਤੋਟ ਨਾ ਆਵੀ ਖੱਟੀ ਹੈ। ਅਤੇ ਗੁਰੂ ਅੰਗਦ ਦੇ ਦਰਬਾਰ ਦੇ ਵਿੱਚ ਇਸ ਨਾਮ ਦੀ ਵੰਡਨ ਕਰਕੇ, ਨਾਮ ਦਾ ਲੰਗਰ ਲਾਣ ਕਰਕੇ ਉਹਨਾਂ ਦੀ ਖੱਟੀ ਦੇ ਵਿੱਚ ਕੋਈ ਕਮੀ ਨਹੀਂ ਸੀ ਆ ਰਹੀ। ਇਹ ਲੰਗਰ ਗੁਰੂ ਸ਼ਬਦ ਦਾ, ਅਤੇ ਇਸ ਗੁਰ ਸ਼ਬਦ ਨੂੰ ਰਿੜਕਣ ਦੇ ਨਾਲ, ਗੁਰੂ ਸ਼ਬਦ ਦੀ ਵਿਚਾਰ ਕਰਨ ਦੇ ਨਾਲ 14 ਰਤਨ ਨਿਕਾਲਿਆਣ। ਗੁਰੂ ਸਾਹਿਬ ਨੇ 14 ਰਤਨ ਪੈਦਾ ਕੀਤੇ, ਅਰਥਾਤ ਰੱਬੀ ਗੁਣ ਪੈਦਾ ਕਰ ਦਿੱਤੇ, ਦੈਵੀ ਗੁਣ ਪੈਦਾ ਕਰਤੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਪੁੰਨ, ਪਰਉਪਕਾਰ, ਇਸ ਤਰ੍ਹਾਂ ਦੇ ਰੱਬੀ ਗੁਣ, ਦੈਵੀ ਗੁਣ ਪੈਦਾ ਕਰ ਦਿੱਤੇ ਸ਼ਬਦ ਦੇ ਰਾਹੀਂ। ਕਰ ਆਵਾ ਗੌਣ ਚਿਲਕੇ ਆਉਣ। ਆਵਾ ਗੌਣ ਇਹ ਸੰਸਾਰ ਜਿਸ ਦੇ ਵਿੱਚ ਕਿ ਆਵਾ ਗੌਣ ਲੱਗਾ ਹੋਇਆ ਹੈ, ਜਨਮ ਮਰਨ ਹੋ ਰਿਹਾ ਹੈ। ਆਵਾ ਗੌਣ, ਆਉਣ ਜਾਣ ਚੱਲ ਰਿਹਾ ਹੈ। ਕੋਈ ਮਰਦਾ ਹੈ, ਕੋਈ ਜੀਂਦਾ ਹੈ, ਕੋਈ ਮਰ ਰਿਹਾ ਹੈ, ਕੋਈ ਨਵਾਂ ਜਨਮ ਲੈ ਰਿਹਾ ਹੈ। ਇਹ ਆਵਾ ਗੌਣ, ਇਹ ਸੰਸਾਰ ਜੋ ਆਵਾ ਗੌਣ ਜਿੱਥੇ ਚੱਲ ਰਿਹਾ ਹੈ, ਇਸ ਸੰਸਾਰ ਨੂੰ ਚਿਲਕਿਉਂ ਚਮਕਾ ਦੇਣਾ, ਸੋਹਣਾ ਬਣਾ ਦੇਣਾ। ਗੁਰੂ ਸਾਹਿਬ ਨੇ ਉੱਚੀ ਸੁਰਤ ਕਰਕੇ ਸ਼ਬਦ ਨੂੰ ਰਿੜਕਿਆ, ਆਪਣੇ ਮਨ ਨੂੰ ਨੇਤਰਾ ਬਣਾ ਕੇ, ਅਤੇ ਉਸ ਦੇ ਵਿੱਚੋਂ ਦੈਵੀ ਗੁਣ 14 ਦੈਵੀ ਗੁਣ ਪੈਦਾ ਕੀਤੇ, ਜਿਸ ਦੇ ਨਾਲ ਕਿ ਇਹ ਸੰਸਾਰ ਜੋ ਸੀ ਉਹ ਸੋਹਣਾ ਬਣ ਗਿਆ। ਕੁਦਰਤ ਇਹ ਵੇਖਾਲੀਆਂ, ਜਿਨ ਐਵਡ ਪਿੰਡ ਠਿਣਕੇ ਆਉਣ। ਕੁਦਰਤ ਇਹ ਵੇਖਾਲੀਆਂ। ਗੁਰੂ ਨਾਨਕ ਦੇਵ ਜੀ ਨੇ ਇਹੋ ਜਿਹੀ ਆਪਣੀ ਸਮਰੱਥਾ ਦਿਖਾਈ, ਕੁਦਰਤ ਤਾਕਤ, ਜਿਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ ਆਉਂਦਾ ਹੈ, ਕੁਦਰਤ ਕਵਣ ਕਹਾਂ ਵਿਚਾਰ, ਕਿ ਮੇਰੀ ਕੁਦਰਤ ਕੀ ਹੈ ਕਿ ਮੈਂ ਵਿਚਾਰ ਤੇਰੀ ਕਰ ਸਕਾਂ। ਮੇਰੀ ਸਮਰੱਥਾ ਕੀ ਹੈ, ਮੇਰੀ ਤਾਕਤ ਕੀ ਹੈ ਕਿ ਮੈਂ ਤੇਰੀ ਵਿਚਾਰ ਕਰ ਸਕਾਂ। ਤੋ ਇੱਥੇ ਸ਼ਬਦ ਕੁਦਰਤ, ਅੰਮ੍ਰਿਤਮਈ ਸ਼ਬਦ, ਕੁਦਰਤ ਇਹ ਵੇਖਾਲੀਆਂ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਇਹੋ ਜਿਹੀ ਸਮਰੱਥਾ ਦਿਖਾਈ। ਜਿਨ ਐਵਡ ਪਿੰਡ ਠਿਣਕੇ ਆਉਣ। ਜਿਨ ਦੇ ਸ਼ਬਦ ਵਿੱਚ ਨਾਣਾ ਹੈ,
ਨਾਣੇ ਦੇ ਕਰਕੇ ਇਹ ਜਿਨ ਦਾ ਸ਼ਬਦ ਹੈ ਜਿੱਤ ਕੇ। ਨੰਨਾ ਹੁੰਦਾ ਤਾਂ ਬਣ ਜਾਣਾ ਸੀ ਜਿਸ ਨੇ। ਜਿਨ ਜਿਨ ਕੇ, ਜਿੱਤ ਕੇ। ਜਿਸ ਗੁਰੂ ਨਾਨਕ ਨੇ ਇਹੋ ਜਿਹੀ ਸਮਰੱਥਾ ਆਪਣੀ ਦਿਖਾਈ ਕਿ ਗੁਰੂ ਅੰਗਦ ਦੇ ਭਾਈ ਲਹਿਣਾ ਜੀ ਦਾ ਮਨ ਜਿੱਤ ਕੇ ਐਵਡ ਪਿੰਡ, ਐਡਾ ਵੱਡਾ ਪਿੰਡ, ਐਡਾ ਮਹਾਨ ਸਰੀਰ ਭਾਈ ਲਹਿਣਾ ਜੀ ਦਾ ਠਿਣਕਿਉਂ ਜਿਸ ਤਰ੍ਹਾਂ ਕੋਈ ਭਾਂਡਾ ਲੈਣਾ ਹੋਵੇ ਤਾਂ ਉਹਨੂੰ ਅਸੀਂ ਟਣਕਾ ਕੇ ਦੇਖਦੇ ਹਾਂ ਕਿ ਭਾਂਡਾ ਚੰਗਾ ਹੈ, ਪੂਰਾ ਹੈ, ਟੁੱਟਾ ਹੋਇਆ ਤਾਂ ਨਹੀਂ ਹੈ। ਉਹ ਫਿਰ ਚੰਗੀ ਤਰ੍ਹਾਂ ਜੇ ਵੱਜੇ ਤਾਂ ਪਤਾ ਲੱਗ ਜਾਂਦਾ ਹੈ ਕਿ ਪੂਰਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸਮਰੱਥਾ ਦੇ ਨਾਲ ਭਾਈ ਲਹਿਣਾ ਜੀ ਦਾ ਮਨ ਜਿੱਤ ਕੇ ਐਵੜ ਪਿੰਡ, ਐਡਾ ਵੱਡਾ ਮਹਾਨ ਸਰੀਰ ਭਾਈ ਲਹਿਣਾ ਜੀ ਦਾ, ਉਹਨਾਂ ਨੂੰ ਟਣਕਾ ਕੇ ਦੇਖਿਆ ਕਿ ਇਹ ਪੂਰੇ ਹੋ ਗਏ ਹਨ। ਲਹਿਣੇ ਧਰਿਓਣ ਛਾਤਰ ਸਿਰ, ਅਸਮਾਨ ਕਿਆੜਾ ਛਿਕਿਓਣ। ਅਤੇ ਜਦੋਂ ਟਣਕਾ ਕੇ ਦੇਖਿਆ ਕਿ ਭਾਈ ਲਹਿਣਾ ਜੀ ਹਰ ਪਾਸਿਓਂ ਹੀ ਪੂਰੇ ਹਨ, ਉਹ ਹੁਕਮ ਮੰਨਣ ਦੇ ਵਿੱਚ ਵੀ ਪੂਰੇ ਹਨ, ਉਹ ਉਸ ਵਾਹਿਗੁਰੂ ਦੀ ਸਿਫਤਾਂ ਕਰਦੇ ਹੋਏ ਵੀ ਪੂਰੇ ਹਨ। ਲਹਿਣੇ ਧਰਿਓਣ ਛਤਰ ਸਿਰ, ਫਿਰ ਗੁਰੂ ਨਾਨਕ ਸਾਹਿਬ ਜੀ ਨੇ ਲਹਿਣੇ ਦੇ ਸਿਰ ਦੇ ਉੱਤੇ ਗੁਰਿਆਈ ਦਾ ਛਤਰ ਧਰ ਦਿੱਤਾ। ਅਸਮਾਨ ਕਿਆੜਾ ਛਿਕਿਓਣ, ਕਿਆੜਾ ਗਰਦਨ, ਛਿਕਿਓਣ ਪਹੁੰਚਾ ਦੇਣਾ। ਅਤੇ ਉਹਨਾਂ ਦਾ ਗਰਦਨ ਜੋ ਹੈ ਉਹਨਾਂ ਨੂੰ ਅਸਮਾਨ ਤੱਕ ਪਹੁੰਚਾ ਦਿੱਤਾ, ਉਹਨਾਂ ਦਾ ਕੱਦ ਅਸਮਾਨ ਤੱਕ ਉੱਚਾ ਕਰ ਦਿੱਤਾ, ਅਰਥਾਤ ਉਹਨਾਂ ਦੀ ਸ਼ੋਭਾ ਬਹੁਤ ਹੀ ਉੱਚੀ ਕਰ ਦਿੱਤੀ। ਜਦੋਂ ਲਹਿਣੇ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਨੇ ਗੁਰਿਆਈ ਦਾ ਛਤਰ ਧਰ ਦਿੱਤਾ, ਫਿਰ ਉਹਨਾਂ ਦੀ ਸ਼ੋਭਾ ਸਾਰੇ ਪਾਸੇ ਹੀ ਹੋ ਗਈ। ਜੋਤ ਸਮਾਣੀ ਜੋਤ ਮਾਹੇ, ਆਪ ਆਪੈ ਸੇਤੀ ਮਿਕਿਓਣ। ਜੋਤ ਸਮਾਣੀ ਜੋਤ ਮਾਹੇ, ਅਤੇ ਗੁਰੂ ਨਾਨਕ ਦੇਵ ਜੀ ਦੀ ਜੋ ਆਤਮਾ ਸੀ ਉਹ ਭਾਈ ਲਹਿਣਾ ਜੀ ਦੀ ਜੋਤ, ਭਾਈ ਲਹਿਣਾ ਜੀ ਦੀ ਆਤਮਾ ਦੇ ਵਿੱਚ ਸਮਾ ਗਈ। ਆਪ ਆਪੈ ਸੇਤੀ ਮਿਕਿਓਣ, ਆਪ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਆਪੈ ਸੇਤੀ, ਜੋ ਭਾਈ ਲਹਿਣਾ ਜੀ ਉਹਨਾਂ ਦੇ ਬਰਾਬਰ ਦੇ ਹੋ ਗਏ ਸਨ, ਕਿਉਂਕਿ ਉਹਨਾਂ ਦੇ ਵਿੱਚ ਵੀ ਉਹੀ ਜੋਤ ਆ ਗਈ ਸੀ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਬਰਾਬਰ ਆਪਣੇ ਆਪ ਨੂੰ ਬਰਾਬਰ ਕਰ ਲਿਆ, ਸਾਵਾਂ ਕਰ ਲਿਆ। ਕਿਉਂਕਿ ਭਾਈ ਲਹਿਣਾ ਜੀ ਦੇ ਵਿੱਚ ਵੀ ਜੋ ਗੁਰੂ ਨਾਨਕ ਸਾਹਿਬ ਵਾਲੀ ਜੋਤ ਸੀ ਉਹ ਹੀ ਸਮਾ ਗਈ। ਜੋਤ ਓਹਾ ਜੁਗਤ ਸਾਏ, ਸ਼ਹਿ ਕਾਇਆ ਫੇਰ ਪਲਟੀਐ। ਉਹੀ ਜੋਤ ਜੋ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਸੀ, ਉਹੀ ਜੀਵਨ ਜੁਗਤੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਸੀ, ਉਹੀ ਗੁਰੂ ਭਾਈ ਲਹਿਣਾ ਜੀ ਦੇ ਵਿੱਚ ਆ ਗਈ। ਅਤੇ ਸ਼ਹਿ ਕਾਇਆ ਫੇਰ ਪਲਟੀਐ, ਸਿਰਫ ਗੁਰੂ ਨਾਨਕ ਸਾਹਿਬ ਨੇ ਆਪਣੀ ਕਾਇਆ ਪਲਟੀ ਸੀ। ਗੁਰੂ ਨਾਨਕ ਸਾਹਿਬ ਨੇ ਆਪਣਾ ਸਰੀਰ ਅੰਗਦ ਦੇ ਰੂਪ ਵਿੱਚ, ਗੁਰੂ ਅੰਗਦ ਦੇ ਰੂਪ ਵਿੱਚ ਧਾਰਨ ਕਰ ਲਿਆ ਸੀਗਾ, ਉਹ ਦੂਸਰੇ ਨਾਨਕ ਬਣ ਗਏ। ਸਿੱਖਾਂ ਪੁੱਤਰਾਂ ਘੋਖ ਕੈ, ਸਭ ਉਮਤ ਵੇਖੋ ਜੇ ਕਿਉਣ। ਸਭ ਉਮਤ ਸਾਰੀ ਸੰਗਤ ਜੋ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਣ ਵਾਲੀ, ਸਭ ਉਮਤ ਵੇਖੋ ਜੇ ਕਿਉਣ, ਸਾਰੀ ਸੰਗਤ ਵੇਖੋ ਕਿ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਜੋ ਉਹਨਾਂ ਨੇ ਕੀਤਾ। ਸਿੱਖਾਂ ਪੁੱਤਰਾਂ ਘੋਖ ਕੈ, ਸਿੱਖਾਂ ਅਤੇ ਪੁੱਤਰਾਂ ਨੂੰ ਘੋਖ ਕੈ, ਉਹਨਾਂ ਨੂੰ ਚੰਗੀ ਤਰ੍ਹਾਂ ਘੋਖ ਕੇ, ਜਾਂ ਸੁਦੋਸ ਤਾਂ ਲੈਣਾ ਟਿਕਿਓਣ। ਸਾਰੇ ਸਿੱਖਾਂ ਨੂੰ, ਸਾਰੇ ਪੁੱਤਰਾਂ ਨੂੰ, ਉਹਨਾਂ ਨੂੰ ਜਦੋਂ ਸੁਦੋਸ ਸੋਧਿਆ, ਉਹਨਾਂ ਦੇ ਵਿੱਚੋਂ
ਗੁਰੂ ਨਾਨਕ ਦੇਵ ਜੀ ਨੇ ਸੋਧ ਕੀਤੀ ਤਾਂ ਲਹਿਣਾ ਟਿਕਿਉਣ, ਤਾਂ ਉਹਨਾਂ ਨੇ ਲਹਿਣਾ ਜੀ ਦੇ ਵਿੱਚ ਆਪਣੀ ਜੋਤ ਰੱਖ ਦਿੱਤੀ, ਕਿਉਂਕਿ ਉਹਨਾਂ ਦੇ ਮੁਤਾਬਕ ਜੋ ਉਹ ਗੁਰੂ ਨਾਨਕ ਸਾਹਿਬ ਜਿਸ ਸਰੀਰ ਦੇ ਵਿੱਚ ਜੋਤ ਰੱਖਣਾ ਚਾਹੁੰਦੇ ਸਨ, ਉਹ ਸਰੀਰ ਭਾਈ ਲਹਿਣਾ ਜੀ ਦੇ ਰੂਪ ਵਿੱਚ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਰੀਰ ਹੀ ਬਣਾਇਆ, ਗੁਰੂ ਅੰਗਦ ਆਪਣੇ ਅੰਗ ਤੋਂ ਗੁਰੂ ਅੰਗਦ ਦਾ ਨਾਮ ਦਿੱਤਾ, ਤਾਂ ਉਸ ਦੇ ਵਿੱਚ ਆਪਣੀ ਜੋਤ ਟਿਕਾ ਦਿੱਤੀ। ਕਿਉਂਕਿ ਭਾਈ ਲਹਿਣਾ ਜੀ ਉਹਨਾਂ ਦਾ ਹੁਕਮ ਮੰਨਦੇ ਸਨ, ਜੋ ਹੁਕਮ ਕਰਦੇ ਸਨ ਉਸ ਹੁਕਮ ਨੂੰ ਮੰਨਦੇ ਸਨ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਅੰਦਰ ਆਪਣੀ ਜੋਤ ਰੱਖ ਕੇ ਆਪਣਾ ਰੂਪ ਹੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।